ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਪਿਛਲੀ ਵੀਡੀਓ ਦੇ ਵਿੱਚ ਆਪਾਂ ਹਿਸਟੋਰੀਕਲ ਬੈਕਗਰਾਉਂਡ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ ਦੇਖਿਆ ਸੀਗਾ। ਉਸ ਦੇ ਐਕਟ 1858 ਤੱਕ ਆਪਾਂ ਚਰਚਾ ਕਰ ਲਈ ਸੀ, ਕਿਉਂਕਿ ਜਦੋਂ 1857 ਦਾ ਵਿਦਰੋਹ ਹੁੰਦਾ ਹੈ, ਇਸ ਸਮੇਂ ਜਿਹੜੀ ਬ੍ਰਿਟਿਸ਼ ਤਾਕਤ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਹੁਣ ਭਾਰਤ ਉੱਤੇ ਜਿਹੜਾ ਕੰਟਰੋਲ ਕਰਨਾ ਬਹੁਤ ਲਾਜ਼ਮੀ ਹੋ ਗਿਆ। ਉਸੇ ਜਿਹੜੀ ਕੜੀ ਆ ਉਹਨੂੰ ਅੱਗੇ ਉਹ ਜੋੜਦੇ ਹੋਇਆਂ ਜਾਰੀ ਰੱਖਦਿਆਂ ਤਾਂ ਉਹ ਅੱਗੇ ਹੋਰ ਜਿਹੜੇ ਐਕਟ ਨੇ ਉਹ ਲੈ ਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ 1861 ਦਾ ਜਿਹੜਾ ਐਕਟ ਆਉਂਦਾ, ਜਿਹਨੂੰ ਅਸੀਂ ਇੰਡੀਅਨ ਕੌਂਸਲ ਐਕਟ ਆਫ 1861 ਬੋਲਦੇ ਹਾਂ। ਹੁਣ ਇਹਦੇ ਵਿੱਚ ਕੀ ਕੀ ਗੱਲਾਂ ਸੀ ਜਿਹੜੀਆਂ ਮੇਨ ਉਹਨਾਂ ਨੇ ਕੀਤੀਆਂ। ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਆ ਜਾਂਦੀ ਹੈ ਕਿ ਜਿਹੜਾ ਵੀ ਉਹ ਲਾ ਬਣਾਉਣਗੇ, ਜਿਹੜਾ ਵੀ ਉਹ ਕਾਨੂੰਨ ਬਣਾਉਣਗੇ, ਉਸ ਦੇ ਵਿੱਚ ਕੁਝ ਕੁ ਮੈਂਬਰ ਹੋਣਗੇ ਜਿਹੜੇ ਭਾਰਤੀ ਹੋਣਗੇ, ਜਿਨ੍ਹਾਂ ਨੂੰ ਨੌਨ ਆਫੀਸ਼ੀਅਲ ਮੈਂਬਰ ਐਲਾਨਿਆ ਜਾਊਗਾ। ਇਹ ਗੱਲ ਆਪਾਂ ਕਰ ਰਹੇ ਹਾਂ ਲਾਰਡ ਕੈਨਿੰਗ ਵੇਲੇ ਦੀ। ਅਤੇ ਜਿਹੜੇ 3 ਮੈਂਬਰ ਜਿਹੜੇ ਇੱਥੇ ਚੁਣੇ ਜਾਂਦੇ ਨੇ, ਉਹਨਾਂ ਦੇ ਵਿੱਚ ਇੱਕ ਬਨਾਰਸ ਦਾ ਰਾਜਾ ਹੁੰਦਾ, ਇੱਕ ਮਹਾਰਾਜਾ ਪਟਿਆਲਾ, ਅਤੇ ਜਿਹੜਾ ਤੀਜਾ ਬੰਦਾ ਹੁੰਦਾ ਉਸਦਾ ਨਾਮ ਹੁੰਦਾ ਸਰ ਦਿਨਕਰ ਰਾਓ। ਇਸ ਤੋਂ ਬਾਅਦ ਇਹ ਇੱਕ ਗੱਲ ਹੋਰ ਕਰਦੇ ਨੇ ਕਿ ਬੰਗਾਲ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਆ ਜਿਹੜੀ ਸਾਡੀ, ਅਤੇ ਪੰਜਾਬ, ਇਹਨਾਂ ਦੇ ਵਾਸਤੇ ਇੱਕ ਅਲੱਗ ਜਿਹੜੀ ਲੈਜਿਸਲੇਟਿਵ ਕੌਂਸਲ ਹੈ ਉਹ ਬਣਾ ਦਿੰਦੇ ਨੇ। ਇਹ ਕਿਹੜੇ ਕਿਹੜੇ ਕਰਮਵਾਰ ਬਣਦੀਆਂ ਨੇ? ਜਿਹੜਾ ਬੰਗਾਲ ਹੈ ਉਹ 1862 ਦੇ ਵਿੱਚ ਉੱਥੇ ਜਿਹੜੀ ਲੈਜਿਸਲੇਟਿਵ ਕੌਂਸਲ ਬਣਦੀ ਹੈ। 1886 ਦੇ ਵਿੱਚ ਉੱਤਰ ਪੱਛਮੀ ਜਿਹੜਾ ਫਰੰਟੀਅਰ ਪ੍ਰਾਂਤ ਹੈ ਉੱਥੇ ਬਣਦੀ ਹੈ, ਅਤੇ ਪੰਜਾਬ ਦੇ ਵਿੱਚ 1897 'ਚ ਬਣਦੀ ਹੈ। ਤੀਜੀ ਗੱਲ ਜਿਹੜੀ ਇਹਦੀ ਵਿਸ਼ੇਸ਼ਤਾ ਇਸ ਐਕਟ ਦੀ, ਕਿ ਇਹਦੇ ਵਿੱਚ ਜਿਹੜਾ ਪੋਰਟਫੋਲੀਓ ਸਿਸਟਮ ਹੈ ਉਹਨੂੰ ਇੰਟਰੋਡਿਊਸ ਕੀਤਾ ਜਾਂਦਾ 1859 ਦੇ ਵਿੱਚ, ਜਿਹੜਾ ਲਾਰਡ ਕੈਨਿੰਗ ਉਹਦੇ ਦੁਆਰਾ। ਪੋਰਟਫੋਲੀਓ ਸਿਸਟਮ ਦਾ ਮਤਲਬ ਕੀ ਸੀਗਾ ਕਿ ਜਿਹੜਾ ਵੀ ਉਹਨਾਂ ਨੇ ਕੰਮ ਕਰਨਾ ਉਹਦੇ ਉੱਤੇ ਜਿਹੜਾ ਆਖਰੀ ਆਪਾਂ ਕਹਿ ਸਕਦੇ ਜਿਹੜਾ ਫਾਈਨਲ ਡਿਸੀਜਨ ਹੋਊਗਾ, ਉਹ ਜਿਹੜਾ ਇਹ ਮੈਂਬਰ ਚੁਣਦੇ ਸੀਗੇ, ਜਿਹੜਾ ਇਹਨਾਂ ਦਾ ਕੌਂਸਲ ਬਣੀ ਹੋਈ ਸੀ, ਉਹਨਾਂ ਦੇ ਵਿੱਚ ਇੱਕ ਬੰਦੇ ਨੂੰ ਚੀਫ ਲਾ ਦਿੰਦੇ ਸੀਗੇ, ਅਤੇ ਉਹ ਸਾਰੀ ਪੈਰਵਾਈ ਕਰਕੇ ਬਾਅਦ ਦੇ ਵਿੱਚ ਉਹਨੂੰ ਆਥੋਰਾਈਜ਼ ਕਰਦਾ ਸੀਗਾ, ਤਾਂ ਉਹ ਪੋਰਟਫੋਲੀਓ ਸਿਸਟਮ ਦੇ ਅਧੀਨ ਆਉਂਦਾ ਹੈਗਾ। ਇਸ ਤੋਂ ਬਾਅਦ ਜਿਹੜਾ ਵਾਇਸਰਾਏ ਸੀਗਾ ਉਹ ਆਰਡੀਨੈਂਸ ਵੀ ਜਾਰੀ ਕਰ ਸਕਦਾ ਸੀਗਾ। ਆਰਡੀਨੈਂਸ ਜਿਹਨੂੰ ਅਸੀਂ ਅਧਿਆਦੇਸ਼ ਕਹਿ ਦਿੰਦੇ ਹਾਂ, ਜਿਵੇਂ ਹੁਣ ਵੀ ਹੁੰਦਾ ਕਿ ਜਦੋਂ ਸਾਡਾ ਸੰਸਦ ਹੈ ਜਿਹੜਾ ਉਹਦਾ ਕੋਈ ਸਦਨ ਦੇ ਵਿੱਚ ਕਾਰਵਾਈ ਨਾ ਚੱਲ ਰਹੀ ਹੋਵੇ, ਅਤੇ ਜੇ ਲੋੜ ਪੈ ਜੇ ਤਾਂ ਉਸ ਟਾਈਮ ਦੇ ਵਿੱਚ ਕਿਸੇ ਕਾਨੂੰਨ ਨੂੰ ਬਣਾਉਣ ਦੀ, ਤਾਂ ਉਦੋਂ ਅਧਿਆਦੇਸ਼ ਜਾਰੀ ਕੀਤਾ ਜਾਂਦਾ। ਤਾਂ ਜਿਹੜੀ ਇਹ ਪ੍ਰਣਾਲੀ ਹੈ ਇਹ 1861 ਦੇ ਐਕਟ ਦੇ ਵਿੱਚ ਆਉਂਦੀ ਹੈ। ਇਹਦਾ ਵੀ ਜਿਹੜਾ ਅਧਿਆਦੇਸ਼ ਦਾ ਟਾਈਮ ਪੀਰੀਅਡ ਹੁੰਦਾ ਸੀਗਾ ਉਹ ਵੀ 6 ਮਹੀਨੇ ਹੀ ਹੁੰਦਾ ਸੀਗਾ। ਅਗਲੀ ਗੱਲ ਆਪਾਂ ਕਰ ਲਈ, ਜਿਹੜਾ ਇੰਡੀਅਨ ਕੌਂਸਲ ਐਕਟ 1892 ਦਾ ਆਉਂਦਾ, ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ? ਇਹਦੇ ਵਿੱਚ ਜਿਹੜੀ ਇਨਡਾਇਰੈਕਟ ਇਲੈਕਸ਼ਨ ਹੈ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇੰਟਰੋਡਿਊਸ ਕੀਤੀ ਜਾਂਦੀ ਹੈ, ਉਹਦੀ ਜਾਣ ਪਛਾਣ ਕਰਵਾਈ ਜਾਂਦੀ ਹੈ। ਦੂਜਾ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਕਿ ਨੌਨ ਆਫੀਸ਼ੀਅਲ ਜਿਹੜਾ ਲੈਜਿਸਲੇਟਿਵ ਕੌਂਸਲ ਬਣੀ ਸੀਗੀ, ਉਹਦਾ ਜਿਹੜਾ ਸਾਈਜ਼ ਆ ਉਹਦਾ ਦਿੱਤਾ ਜਾਂਦਾ। ਇਸ ਤੋਂ ਬਾਅਦ ਜਿਹੜੇ ਦੇ ਫੰਕਸ਼ਨ ਨੇ ਲੈਜਿਸਲੇਟਿਵ ਕੌਂਸਲ ਦੇ, ਉਹਨਾਂ ਨੂੰ ਪਾਵਰ ਦੇ ਦਿੱਤੀ ਜਾਂਦੀ ਹੈ ਹੋਰ ਕਿ ਉਹ ਬਜਟ ਦੇ ਉੱਤੇ ਜਿਹੜਾ ਡਿਸਕਸ ਕਰ ਸਕਦੇ ਨੇ, ਜਾਂ ਕੋਈ ਜਿਹੜੇ ਸਵਾਲ ਨੇ ਐਗਜ਼ੀਕਿਊਟਿਵ ਤੋਂ ਪੁੱਛਣੇ ਨੇ ਉਹ ਮਤਲਬ ਅਸ ਕਰ ਸਕਦੇ ਨੇ, ਇੱਥੇ ਉਹ ਪੁੱਛ ਸਕਦੇ ਨੇ। ਅਗਲਾ ਸਾਡੇ ਕੋਲ ਜਿਹੜਾ ਐਕਟ ਆਉਂਦਾ ਬਹੁਤ ਹੀ ਇੰਪੋਰਟੈਂਟ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਉਹ ਹੈਗਾ ਇੰਡੀਅਨ ਕੌਂਸਲ ਐਕਟ 1909। ਇਹਦੇ ਪਿੱਛੇ ਵੀ ਆਪਾਂ ਥੋੜ੍ਹੀ ਜਿਹੀ ਕਹਾਣੀ ਜਾਣ ਲਈਏ ਕਿ ਜਦੋਂ 1905 ਦੇ ਵਿੱਚ ਬੰਗਾਲ ਦੀ ਵੰਡ ਹੁੰਦੀ ਹੈ ਲਾਰਡ ਕਰਜ਼ਨ ਦੇ ਟਾਈਮ ਦੇ ਵਿੱਚ, ਅਤੇ 1906 ਦੇ ਵਿੱਚ ਮੁਸਲਿਮ ਲੀਗ ਬਣਦੀ ਹੈ, ਅਤੇ ਜਿਹਦਾ ਜਿਹੜਾ ਆਪਾਂ ਕਹਿੰਦੇ ਨੇਤਾ ਹੁੰਦਾ ਆਗਾ ਖਾਨ ਹੁੰਦਾ, ਅਤੇ ਉਹ ਜਾ ਕੇ ਮਾਰਲੇ ਮਿੰਟੋ ਨੂੰ ਮਿਲਦੇ ਨੇ ਕਿ ਜਿਹੜੀ ਸਾਡੀ ਪੈਰਵਾਈ ਕੀਤੀ ਜਾਵੇ, ਸਾਡੇ ਮਤਲਬ ਰੱਖਣ ਵਾਲੇ ਤੁਸੀਂ ਹੋ ਨਾ, ਤਾਂ ਉਹ ਜਾ ਕੇ ਮਿਲਦੇ ਨੇ ਅਤੇ ਉਸੇ ਗੱਲ ਨੂੰ ਉਹ ਲਾਗੂ ਕਰਦਾ 1909 ਦੇ ਐਕਟ ਦੇ ਵਿੱਚ, ਜਿਹਨੂੰ ਅਸੀਂ ਲਾਰਡ ਮਾਰਲੇ ਮਿੰਟੋ ਸੁਧਾਰ ਆ ਜਿਹੜੇ ਜਾਂ ਐਕਟ ਹੈ ਉਹਦੇ ਨਾਂ ਨਾਲ ਵੀ ਜਾਣਦੇ ਹਾਂ। ਤਾਂ ਇਸ ਟਾਈਮ ਦੇ ਵਿੱਚ ਸਾਨੂੰ ਯਾਦ ਰੱਖਣ ਵਾਲੀ ਜਿਹੜੀ ਗੱਲ ਹੈ ਕਿ ਉਸ ਟਾਈਮ ਦੇ ਜਿਹੜਾ ਸੈਕਟਰੀ ਸੀਗਾ ਸਟੇਟ ਦਾ, ਉਹਦਾ ਨਾਮ ਸੀਗਾ ਮਾਰਲੇ, ਅਤੇ ਜਿਹੜਾ ਵਾਇਸਰਾਏ ਸੀਗਾ ਉਹ ਸੀਗਾ ਲਾਰਡ ਮਿੰਟੋ। ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਜਿਹੜੀ ਲੈਜਿਸਲੇਟਿਵ ਕੌਂਸਲ ਬਣੀ ਸੀ ਸੈਂਟਰ ਦੇ ਵਿੱਚ, ਉਹਦੀ ਜਿਹੜੀ ਗਿਣਤੀ ਹੈ ਉਹ 16 ਤੋਂ ਵਧਾ ਕੇ 60 ਕਰ ਦਿੱਤੀ ਜਾਂਦੀ ਹੈ। ਅਤੇ ਦੂਜੀ ਗੱਲ ਹੈ ਜਿਹੜੀ ਕਿ ਪਹਿਲੀ ਵਾਰੀ ਕਿਸੇ ਭਾਰਤੀ ਨੂੰ ਜਿਹੜਾ ਵਾਇਸਰਾਏ ਦੀ ਐਗਜ਼ੀਕਿਊਟਿਵ ਕੌਂਸਲ ਹੈ, ਪਹਿਲਾਂ ਆਪਾਂ ਗੱਲ ਕੀਤੀ ਸੀ ਲੈਜਿਸਲੇਟਿਵ ਕੌਂਸਲ ਦੀ, ਹੁਣ ਆਪਾਂ ਗੱਲ ਕਰ ਰਹੇ ਹਾਂ ਐਗਜ਼ੀਕਿਊਟਿਵ ਕੌਂਸਲ ਦੀ, ਕਿ ਪਹਿਲੀ ਵਾਰੀ ਜਿਹੜੇ ਕਿਸੇ ਭਾਰਤੀ ਨੂੰ ਜਿਹੜਾ ਵਾਇਸਰਾਏ ਦੀ ਐਗਜ਼ੀਕਿਊਟਿਵ ਕੌਂਸਲ ਦੀ ਉਹਦੇ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਅਤੇ ਸਭ ਤੋਂ ਪਹਿਲਾ ਜਿਹੜਾ ਭਾਰਤੀ ਹੈ ਆਪਾਂ ਯਾਦ ਰੱਖਣਾ, ਉਸਦਾ ਨਾਮ ਸੀਗਾ ਸਤਿੰਦਰ ਪ੍ਰਸਾਦ ਸਿਨਹਾ। ਇਹ ਪਹਿਲਾ ਭਾਰਤੀ ਹੈ
ਜਿਹੜਾ ਵਾਇਸਰਾਏ ਦੀ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਚੁਣਿਆ ਜਾਂਦਾ ਹੈ। ਅਗਲੀ ਗੱਲ ਆਪਾਂ ਕਰ ਲਈਏ ਕਿ ਇੱਥੇ ਆਪਾਂ ਪੜ੍ਹਦੇ ਹਾਂ ਕਿ ਡਿਵਾਈਡ ਐਂਡ ਰੂਲ ਦੀ ਜਿਹੜੀ ਪੋਲਿਸੀ ਸੀ ਅੰਗਰੇਜ਼ਾਂ ਦੀ, ਹੈ ਨਾ, ਉਹਨਾਂ ਨੇ ਜਾਰੀ ਕੀਤੀ ਅਤੇ ਇਸ ਟਾਈਮ ਦੇ ਵਿੱਚ ਪੂਰੀ ਜਿਹੜੀ ਅੱਗ ਸੀ ਉਹ ਭੱਗ ਚੁੱਕੀ ਸੀਗੀ ਬੰਗਾਲ ਦੀ ਵੰਡ ਤੋਂ ਬਾਅਦ। ਅਤੇ ਆਗਾ ਖਾਨ ਹੋਰੀ ਅੰਮ੍ਰਿਤਸਰ ਦੇ ਵਿੱਚ ਜਾ ਕੇ ਮੀਟਿੰਗ ਕਰਦੇ ਆ, ਤਾਂ ਉੱਥੇ ਉਹ ਆਪਦਾ ਇੱਕ ਸੇਪਰੇਟ ਜਿਹੜਾ ਉਹਨਾਂ ਦੀ ਇਲੈਕਸ਼ਨ ਦੀ ਮਤਲਬ ਮੰਗ ਕਰਦੇ ਆ, ਅਤੇ ਉਸੇ ਮੰਗ ਨੂੰ ਜਿਹੜਾ ਪਾਰਲੀਮੈਂਟੋ ਐਕਟ ਦੇ ਵਿੱਚ ਅਪਲਾਈ ਕੀਤਾ ਜਾਂਦਾ। ਅਤੇ ਜਿਹੜਾ ਸੇਪਰੇਟ ਇਲੈਕਟੋਰੇਟ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਪੈਰਵਾਈ ਕੀਤੀ ਜਾਂਦੀ ਹੈ। ਸੇਪਰੇਟ ਦਾ ਮਤਲਬ ਅਲੱਗ ਤੌਰ ਦੇ ਉੱਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਧਰਮ ਦੇ ਆਧਾਰ 'ਤੇ ਜਿਹੜੇ ਚੋਣਵੇਂ ਖੇਤਰ ਨੇ ਉਹ ਚੁਣੇ ਜਾਂਦੇ ਨੇ। ਨੈਕਸਟ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈ ਕਿ ਇਹ ਸਪਲੀਮੈਂਟਰੀ ਜਿਹੜੇ ਕੁਐਸਚਨ ਨੇ, ਪੂਰਕ ਕੁਐਸਚਨ ਨੇ, ਉਹ ਪੁੱਛਣ ਦਾ ਰਾਈਟ ਦਿੰਦੀ ਹੈ। ਸਪਲੀਮੈਂਟਰੀ ਕੁਐਸਚਨ ਕੀ ਹੁੰਦੇ ਨੇ ਕਿ ਜਿਹੜਾ ਆਪਾਂ ਇੱਕ ਸਵਾਲ ਪੁੱਛ ਲਿਆ, ਸਵਾਲ ਦੇ ਵਿੱਚੋਂ ਸਵਾਲ ਕੱਢ ਕੇ ਪੁੱਛਣੇ, ਆਪਾਂ ਉਹਨੂੰ ਕਹਿੰਦੇ ਸਪਲੀਮੈਂਟਰੀ ਕੁਐਸਚਨ ਜਿਹੜੇ। ਨੈਕਸਟ ਸਾਡੇ ਕੋਲ ਐਕਟ ਆਉਂਦਾ ਹੈਗਾ ਗੌਰਮੈਂਟ ਆਫ ਇੰਡੀਆ ਐਕਟ 1919। ਇਹ ਵੀ ਬਹੁਤ ਇੰਪੋਰਟੈਂਟ ਹੈ। 1919 ਦੇ ਵਿੱਚ ਇਹ ਘਟਨਾ ਹੁੰਦੀ ਹੈ 13 ਅਪ੍ਰੈਲ 1919, ਹੈ ਨਾ, ਆਪਾਂ ਸਾਰੇ ਜਾਣਦੇ ਹਾਂ ਜਲਿਆਂਵਾਲਾ ਬਾਗ ਦਾ ਜਿਹੜਾ ਹੱਤਿਆਕਾਂਡ ਹੁੰਦਾ। ਤਾਂ ਇਸ ਟਾਈਮ ਦੇ ਵਿੱਚ ਜਿਹੜਾ ਇਹ ਐਕਟ ਹੈ ਇਹਨੂੰ ਮਾਂਟੇਗੂ ਚੈਮਸਫੋਰਡ ਐਕਟ ਜਾਂ ਮਾਂਟੇਗੂ ਚੈਮਸਫੋਰਡ ਦੇ ਜਿਹੜੇ ਸੁਧਾਰ ਨੇ ਉਹਨਾਂ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਇਸ ਟਾਈਮ ਦੇ ਵਿੱਚ ਜਿਹੜਾ ਲਾਰਡ ਮੌਂਟੇਗ ਹੈ ਉਹ ਸੈਕਰੇਟਰੀ ਸੀਗਾ ਸਟੇਟ ਦਾ, ਜਿਹੜਾ ਚੈਮਸਫੋਰਡ ਹੈ ਉਹ ਵਾਇਸਰਾਏ ਸੀਗਾ। ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਜਿਹੜੀ ਸੈਂਟਰਲ ਲੈਜਿਸਲੇਟਿਵ ਕੌਂਸਲ ਸੀ ਉਹਨੂੰ ਬਾਈ ਕੈਮਰਲ ਬਣਾ ਦਿੱਤਾ ਜਾਂਦਾ ਕਿ ਇੱਕ ਤਾਂ ਲੈਜਿਸਲੇਟਿਵ ਕੌਂਸਲ ਹੋਊਗੀ ਅਤੇ ਦੂਜੀ ਜਿਹੜੀ ਸਟੇਟ ਦੀ ਕੌਂਸਲ ਹੋਊਗੀ। ਡਾਇਰਕੀ ਸਿਸਟਮ ਜਿਹੜਾ ਦੋਹਰੀ ਸ਼ਾਸਨੀ ਪ੍ਰਣਾਲੀ ਜਿਹਨੂੰ ਅਸੀਂ ਬੋਲਦੇ ਹਾਂ ਉਹ ਇਹਦੇ ਵਿੱਚ ਐਲਾਨੀ ਜਾਂਦੀ ਹੈ ਕਿ ਅਲੱਗ-ਅਲੱਗ ਜਿਹੜੇ ਸਬਜੈਕਟ ਨੇ ਪ੍ਰਾਂਤਾਂ ਦੇ ਵਿੱਚ ਉਹਨਾਂ ਨੂੰ ਵੰਡ ਕੀਤੀ ਜਾਊਗੀ। ਇੱਕ ਤਾਂ ਰਿਜ਼ਰਵ ਸਬਜੈਕਟ ਹੋਣਗੇ, ਇੱਕ ਟਰਾਂਸਫਰ ਸਬਜੈਕਟ ਹੋਣਗੇ। ਹੁਣ ਰਿਜ਼ਰਵ ਸਬਜੈਕਟ ਕਿਹੜੇ ਹੋਣਗੇ? ਜਿਹਦੇ ਵਿੱਚ ਗਵਰਨਰ ਰਾਜ ਕਰੂਗਾ ਅਤੇ ਉਹਦੀ ਕੌਂਸਲ ਹੋਊਗੀ, ਐਗਜ਼ੀਕਿਊਟਿਵ ਕੌਂਸਲ ਹੋਊਗੀ, ਪਰ ਉਹ ਜਿਹੜੀ ਸਾਡੀ ਲੈਜਿਸਲੇਟਿਵ ਕੌਂਸਲ ਹੈ ਉਹ ਰਿਸਪੋਂਸੀਬਲ ਨਹੀਂ ਹੋਊਗੀ ਉਹਦੇ ਪ੍ਰਤੀ। ਦੂਜਾ ਜਿਹੜਾ ਟਰਾਂਸਫਰ ਸਬਜੈਕਟ ਨੇ ਇਹਦੇ ਵਿੱਚ ਵੀ ਗਵਰਨਰ ਹੀ ਰਾਜ ਕਰੂਗਾ, ਅਤੇ ਜਿਹੜੀ ਐਗਜ਼ੀਕਿਊਟਿਵ ਕੌਂਸਲ ਹੈ ਉਹ ਲੈਜਿਸਲੇਟਿਵ ਕੌਂਸਲ ਪ੍ਰਤੀ ਉੱਤਰਦਾਈ ਹੋਊਗੀ। ਮਤਲਬ ਜਿਹੜੇ ਵੀ ਉਹ ਕੰਮ ਕਰੂਗੀ ਉਹਨਾਂ ਦਾ ਜਵਾਬ ਆ ਜਿਹੜਾ ਉਹਨੂੰ ਲੈਜਿਸਲੇਟਿਵ ਕੌਂਸਲ ਨੂੰ ਦੇਣਾ ਪਊਗਾ। ਅਤੇ ਇਹਦੇ ਵਿੱਚ ਜਿਹੜੀਆਂ ਡਾਇਰੈਕਟ ਇਲੈਕਸ਼ਨਸ ਨੇ, ਸਿੱਧੀਆਂ ਚੋਣਾਂ ਜਾਂ ਪ੍ਰਤੱਖ ਚੋਣਾਂ ਆਪਾਂ ਜਿਹਨੂੰ ਕਹਿੰਦੇ ਹਾਂ, ਉਹ ਹੋਣੀਆਂ ਜਾਂ ਉਹਨੂੰ ਇੰਟਰੋਡਿਊਸ ਕਰਨਾ ਸ਼ੁਰੂ ਹੋ ਜਾਂਦਾ। ਅਗਲਾ ਐਕਟ ਸਾਡੇ ਕੋਲ ਆ ਜਾਂਦਾ ਬਹੁਤ ਹੀ ਜ਼ਿਆਦਾ ਜਿਹੜਾ ਮਹੱਤਵਪੂਰਨ ਹੈ, ਉਹ ਹੈ ਗੌਰਮੈਂਟ ਆਫ ਇੰਡੀਆ ਐਕਟ 1935। ਜਿਹੜਾ ਇਹ ਐਕਟ ਹੈ ਇਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਕੱਟ ਕਾਪੀ ਪੇਸਟ ਜਿਹੜਾ ਸਾਡਾ ਸੰਵਿਧਾਨ ਬਹੁਤ ਸਾਰਾ ਇਹਦੇ ਵਿੱਚੋਂ ਲਿਆ ਗਿਆ। ਇਹਦੀਆਂ ਫੀਚਰਸ ਕੀ ਨੇ ਕਿ ਜਿਹੜੀ ਪ੍ਰੋਵਿੰਸ ਲੈਵਲ ਜਿਹੜੀ ਪ੍ਰਾਂਤਕ ਪੱਧਰ ਦੇ ਉੱਤੇ ਸਵੈ ਸ਼ਾਸਨ ਜਾਂ ਆਟੋਨਮੀ ਚੱਲਦੀ ਸੀ ਉਹਨੂੰ ਬਦਲ ਕੇ ਹੁਣ ਕੀ ਕਰ ਦਿੱਤਾ ਜਾਂਦਾ, ਦੋਹਰੀ ਸ਼ਾਸਨੀ ਪ੍ਰਣਾਲੀ ਜਿਹੜੀ ਉਹ ਗੌਰਮੈਂਟ ਦੀ ਉਹ ਅਪਣਾਈ ਜਾਂਦੀ ਹੈ। ਸੈਂਟਰ ਦੇ ਪੱਧਰ ਦੇ ਉੱਤੇ ਇਹਨੂੰ ਪ੍ਰੋਵਾਈਡ ਕੀਤਾ ਜਾਂਦਾ। ਫਿਰ ਇਸ ਫੈਡਰਲ ਕੋਰਟ ਦੀ ਆਪਾਂ ਗੱਲ ਕਰ ਲਈਏ ਕਿ ਫੈਡਰਲ ਕੋਰਟ ਹੈ ਜਿਹੜਾ ਸਾਡਾ ਉਹਦੀ ਇਸਟੈਬਲਿਸ਼ਮੈਂਟ ਹੁੰਦੀ ਹੈ 1937 ਦੇ ਵਿੱਚ, ਆਪਾਂ ਯਾਦ ਰੱਖਣਾ। ਅਤੇ ਜਿਹੜਾ ਸਾਡਾ ਰਿਜ਼ਰਵ ਬੈਂਕ ਆਫ ਇੰਡੀਆ ਕਿ ਉਹ ਪੂਰੀ ਕਰੰਸੀ ਦੇ ਉੱਤੇ ਜਿਹੜਾ ਕੰਟਰੋਲ ਕਰੂਗਾ, ਇਸ ਚੀਜ਼ ਨੂੰ ਵੀ ਇੱਥੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਪੱਕਾ ਕੀਤਾ ਜਾਂਦਾ ਹੈਗਾ। ਜਿਹੜੀਆਂ ਸੈਂਟਰ ਅਤੇ ਸਟੇਟ ਦੀਆਂ ਪਾਵਰਾਂ ਨੇ ਉਹਨਾਂ ਨੂੰ ਵੰਡ ਦਿੱਤਾ ਜਾਂਦਾ ਹੈ ਕਿ ਇੱਕ ਫੈਡਰਲ ਲਿਸਟ ਹੋਊਗੀ, ਇੱਕ ਪ੍ਰਾਂਤਕ ਲਿਸਟ ਹੋਊਗੀ, ਇੱਕ ਕਨਕਰੰਟ ਲਿਸਟ ਹੋਊਗੀ। ਹੁਣ ਵੀ ਜਿਵੇਂ ਆਪਾਂ ਕਹਿੰਦੇ ਵੀ ਕੇਂਦਰੀ ਸੂਚੀ ਹੁੰਦੀ ਹੈ, ਇੱਕ ਰਾਜ ਸੂਚੀ ਹੁੰਦੀ ਹੈ, ਇੱਕ ਸਮਵਰਤੀ ਸੂਚੀ ਹੁੰਦੀ ਹੈ। ਤਾਂ ਇਸ ਤਰ੍ਹਾਂ ਇਸ ਐਕਟ ਦੇ ਵਿੱਚ ਜਿਹੜੀਆਂ ਇਹ ਧਾਰਨਾਵਾਂ ਨੇ ਜਾਂ ਜਿਹੜੀਆਂ ਹਦਾਇਤਾਂ ਨੇ ਉਹ ਕੀਤੀਆਂ ਜਾਂਦੀਆਂ ਨੇ। ਨੈਕਸਟ ਸਾਡੇ ਕੋਲ ਆਉਂਦਾ ਇੰਡੀਅਨ ਇੰਡੀਪੈਂਡੈਂਸ ਐਕਟ ਆਫ 1947। 1947 ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ 15 ਅਗਸਤ 1947 ਨੂੰ ਜਿਹੜਾ ਭਾਰਤ ਆ ਉਹ ਆਜ਼ਾਦ ਹੋਇਆ, ਡਿਕਲੇਅਰ ਕੀਤਾ ਗਿਆ ਇਹਨੂੰ। ਤਾਂ ਦੋ ਜਿਹੜੇ ਸੀਗੇ ਡੋਮੀਨੀਅਨ ਬਣੇ, ਇੱਕ ਭਾਰਤ ਬਣ ਗਿਆ, ਇੱਕ ਪਾਕਿਸਤਾਨ ਬਣ ਗਿਆ। ਤਾਂ ਅਵਲਿਸ਼ ਦਾ ਆਫਿਸ ਆਫ ਵਾਇਸਰਾਏ ਇਹਦੇ ਵਿੱਚ ਕੀ ਜਿਹੜੇ ਵਾਇਸਰਾਏ ਦੀ ਪਦਵੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਅਤੇ ਇੱਕ ਸੈਪਰੇਟ ਜਿਹੜੇ ਗਵਰਨਰ ਜਨਰਲ ਸੀਗੇ ਦੋਨਾਂ ਦੇ ਉਹਨਾਂ ਨੂੰ ਇੱਥੇ ਚੁਣਿਆ ਜਾਂਦਾ। ਇਸ ਤੋਂ ਬਾਅਦ ਜਿਹੜੀ ਸਾਡੀ ਕੌਂਸਟੀਚਿਊਂਟ ਅਸੈਂਬਲੀ ਨੇਗੀਆਂ ਗਵਰਨਰ ਆਫ ਜਨਰਲ ਦੀਆਂ ਈਚ ਡੋਮੀਨੀਅਨ ਦੇ ਵਿੱਚ ਉਹ ਲਾਈਆਂ ਜਾਂਦੀਆਂ ਨੇਗੀਆਂ। ਅਤੇ ਲਾਰਡ ਮਾਊਂਟਬੈਟਨ ਹੈ ਜਿਹੜਾ ਉਹ ਪਹਿਲਾ ਗਵਰਨਰ ਜਨਰਲ ਬਣਦਾ ਹੈਗਾ ਭਾਰਤ ਦੇ ਵਿੱਚ। ਦੋਸਤੋ ਇਹ ਆਪਣੀ ਜਿਹੜੀ ਆ ਮੇਨ ਐਕਟ ਸੀਗੇ ਸੰਵਿਧਾਨ ਦੇ ਸੰਬੰਧੀ ਉਹ ਬਣਦੇ ਸੀਗੇ ਕਿ ਇਹਦਾ ਹਿਸਟੋਰੀਕਲ ਬੈਕਗਰਾਊਂਡ ਕੀ ਹੈ। ਇਹਦੇ ਵਿੱਚ ਇੱਕ ਆਪਾਂ ਗੱਲ ਮੋਟੀ ਜਿਹੀ ਹੋਰ ਕਰ ਲਈ ਕਿ ਜਿਹੜਾ ਸਾਡਾ ਸਾਈਮਨ ਕਮਿਸ਼ਨ ਹੈ ਉਹ 1928 'ਚ ਭਾਰਤ 'ਚ ਆਉਂਦਾ ਅਤੇ ਉਹਦਾ ਵਿਰੋਧ ਹੁੰਦਾ, ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਡਾਂਗਾਂ ਦੇ ਨਾਲ ਉਹਨਾਂ ਦੀ ਕੀ ਹੋ ਜਾਂਦੀ ਹੈ, ਹੱਤਿਆ ਕਰ ਦਿੱਤੀ ਜਾਂਦੀ ਹੈ। ਬਾਅਦ ਦੇ ਵਿੱਚ ਇਹ ਸਾਰੀ ਪ੍ਰਕਿਰਿਆ ਚੱਲਦੀ ਹੈ। ਉਹ ਸਾਈਮਨ ਕਮਿਸ਼ਨ ਵਾਪਸ ਜਾਓ ਦੇ ਨਾਅਰੇ ਲਾਉਂਦੇ ਨੇ। ਉਹਦੇ ਵਿੱਚ ਗੱਲ ਕੀ ਸੀ ਕਿ 7 ਮੈਂਬਰੀ ਕਮੇਟੀ ਸੀ ਜਿਹੜੀ ਭਾਰਤ ਦੇ ਵਿੱਚ ਆਉਂਦੀ ਹੈ ਅਤੇ ਉਹਦੇ ਵਿੱਚ ਇੱਕ ਵੀ ਜਿਹੜਾ ਭਾਰਤੀ ਨਹੀਂ ਸੀਗਾ, ਇਸ ਕਰਕੇ ਉਹਦਾ ਵਿਰੋਧ ਕੀਤਾ ਜਾਂਦਾ। ਹੁਣ ਇਹਦੇ 'ਚ ਕੁਝ MCQ ਨੇ ਜਿਹੜੇ ਆਪਾਂ ਨੇ ਜਾਣਨੇ ਨੇ। ਸਾਡਾ ਜਿਹੜਾ ਪਹਿਲਾ MCQ ਹੈ ਕਿ ਜਿਹੜਾ ਸਾਡਾ
ਸੰਵਿਧਾਨਕ ਅਸੈਂਬਲੀ ਦਾ ਕਨਸੈਪਟ ਆ ਉਹ ਕਿੰਨੇ ਦਿੱਤਾ ਸੀਗਾ। ਇਹਦੇ ਜਿਹੜੇ ਸਾਰੇ ਆਨਸਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰਨੇ ਨੇ। ਇਹਦੇ 4 ਆਪਸ਼ਨ ਨੇ, BN ਰਾਓ, ਜਵਾਹਰ ਲਾਲ ਨਹਿਰੂ, MN ਰॉय ਜਾਂ BR ਅੰਬੇਦਕਰ। ਅਗਲਾ ਜਿਹੜਾ ਸਾਡਾ ਸਵਾਲ ਹੈ ਕਿ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀਗਾ। ਵਿਲੀਅਮ ਬੈਂਟਿਕ ਸੀਗਾ, ਲਾਰਡ ਕੈਨਿੰਗ ਸੀਗਾ, ਵਾਰਨ ਹੇਸਟਿੰਗ ਸੀਗਾ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ। ਤੀਜਾ ਹੈ ਕਿ ਜਿਹੜਾ ਪਿਟਸ ਇੰਡੀਆ ਐਕਟ ਹੈ ਉਹ ਕਦੋਂ ਆਉਂਦਾ ਹੈ, 1813 'ਚ, 1833 'ਚ, 1784 ਦੇ ਵਿੱਚ ਜਾਂ 1858 ਦੇ ਵਿੱਚ। ਅਗਲਾ ਹੈ ਸਾਡਾ ਸਵਾਲ ਕਿ ਜਿਹੜਾ ਸੁਪਰੀਮ ਕੋਰਟ ਕਲਕੱਤਾ ਦੇ ਵਿੱਚ ਬਣਿਆ ਉਹ ਕਿਸ ਅਧੀਨ ਬਣਿਆ। ਜਿਹੜਾ ਸਾਡਾ 1773 ਦਾ ਐਕਟ ਸੀਗਾ ਇਹਦੇ ਅਧੀਨ ਜਾਂ ਪਿਟਸ ਇੰਡੀਆ ਐਕਟ ਅਧੀਨ ਜਾਂ 1853 ਦੇ ਚਾਰਟਰ ਅਧੀਨ ਜਾਂ 1813 ਦੇ ਅਧੀਨ। ਅਗਲਾ ਕੁਐਸਚਨ ਹੈ ਕਿ ਕਿੰਨੇ ਮੈਂਬਰ ਸੀ ਜਿਹੜੇ ਸਾਈਮਨ ਕਮਿਸ਼ਨ ਦੇ ਵਿੱਚ ਭਾਰਤ ਦੇ ਵਿੱਚ ਆਏ ਸੀਗੇ। 6, 7, 8, 9। ਇਹ ਤੁਹਾਡੇ ਕੋਲ ਆਪਸ਼ਨਾਂ ਨੇ, ਤਾਂ ਤੁਸੀਂ ਜਿਹੜੇ ਇਹਨਾਂ ਦੇ ਆਨਸਰ ਨੇ ਉਹ ਕਮੈਂਟ ਬਾਕਸ ਦੇ ਵਿੱਚ ਕਰੋਗੇ। ਸੋ ਦੋਸਤੋ, ਆਪਣੇ ਚੈਨਲ ਨੂੰ ਵੱਧ ਤੋਂ ਵੱਧ ਜਿਹੜਾ ਸਬਸਕ੍ਰਾਈਬ ਕਰੋ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ। ਧੰਨਵਾਦ।